ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਤੀਜਾ। ਚਾਤ੍ਰਿਕ ਤੂੰ ਨਾ ਜਾਣਹੀ, ਕਿਆ ਤੁਧ ਵਿੱਚ ਤਿਖਾ ਹੈ। ਕਿਤ ਪੀਤਾ ਤਿਖ ਜਾਏ, ਦੂਜਾ ਪਾਏ ਭ੍ਰਮਿਆ। ਅੰਮ੍ਰਿਤ ਜਲ ਪਲੈ ਨਾ ਪਾਏ, ਚਾਤ੍ਰਿਕ ਤੂੰ ਨਾ ਜਾਣਹੀ, ਕਿਆ ਤੁਧ ਵਿੱਚ ਤਿਖਾ ਹੈ। ਕਿਤ ਪੀਤਾ ਤਿਖ ਜਾਏ, ਦੂਜੈ ਭਾਏ ਭ੍ਰਮਿਆ। ਅੰਮ੍ਰਿਤ ਜਲ ਪਲੈ ਨ ਪਾਏ, ਨਦਰ ਕਰੇ ਜੇ ਆਪਣੀ। ਤਾਂ ਸਤਿਗੁਰ ਮਿਲੈ ਸੁਭਾਏ, ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ। ਸਹਿਜੇ ਰਹਿਆ ਸਮਾਏ, ਨਦਰ ਕਰੇ ਜੇ ਆਪਣੀ। ਤਾਂ ਸਤਿਗੁਰ ਮਿਲੈ ਸੁਭਾਏ, ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ। ਸਹਿਜੇ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖ਼ਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ। ਆਪ ਜੀਆਂ ਨੂੰ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕਰਵਾਇਆ ਹੈ। ਉਪਰੰਤ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ।
ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਮਨੁੱਖ ਨੂੰ ਜੋ ਸਿੱਖਿਆ ਦੇ ਰਹੇ ਹਨ, ਉਹ ਇੱਕ ਚਾਤਰਿਕ ਪਪੀਹੇ ਦਾ ਜ਼ਿਕਰ ਕੀਤਾ ਸਾਹਿਬ ਨੇ ਕਿ ਐ ਪਪੀਹੇ, ਤੈਨੂੰ ਸਮਝ ਹੀ ਨਹੀਂ ਹੈ ਕਿ ਤੂੰ ਪਿਆਸਾ ਕਿਸ ਚੀਜ਼ ਦਾ ਹੈ। ਤੇਰੀ ਪਿਆਸ ਮੁੱਕ ਕਿਵੇਂ ਸਕਦੀ ਹੈ। ਤੂੰ ਭਟਕਣਾ ਵਿੱਚ ਪਿਆ ਹੋਇਆ ਹੈ। ਜੇ ਤੈਨੂੰ ਸਮਝ ਆ ਜਾਵੇ ਪਪੀਹੇ ਕਿ ਤੈਨੂੰ ਚਾਹੀਦਾ ਕੀ ਹੈ, ਤੇਰੀ ਪਿਆਸ ਮਿਟ ਕਿਵੇਂ ਸਕਦੀ ਹੈ, ਤਾਂ ਉਹਦੇ ਵਾਸਤੇ ਤੂੰ ਯਤਨ ਕਰੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੱਲ ਜੀਵ ਦੀ ਕਰ ਰਹੇ ਹਨ, ਮਨੁੱਖ ਦੀ ਕਰ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਅਸਲ ਵਿੱਚ ਪਹਿਲੀ ਗੱਲ ਤੇ ਇਹ ਹੈ ਕਿ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਮਨੁੱਖ ਅਸਲ ਵਿੱਚ ਆਇਆ ਕਿਉਂ ਹੈ ਸੰਸਾਰ ਦੇ ਉੱਤੇ ਤੇ ਚਾਹੀਦਾ ਕੀ ਹੈ। ਸਾਹਿਬ ਕਹਿੰਦੇ ਜਿਸ ਦਿਨ ਮਨੁੱਖ ਨੂੰ ਇਹ ਸਮਝ ਆ ਗਈ ਕਿ ਇਹ ਸਰੀਰ, ਇਹ ਕਾਇਆ, ਇਹਦੇ ਵਿੱਚ ਬਹੁਤ ਕੁਝ ਹੈ ਤੇ ਮਨੁੱਖ ਭਾਲ ਫਿਰ ਕਾਇਆ ਦੀ ਕਰੇਗਾ, ਭਾਲ ਬਾਹਰ ਦੀ ਨਹੀਂ ਮਨੁੱਖ ਕਰੇਗਾ। ਇਹਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ ਕਾਇਆ ਵਿੱਚੋਂ, ਇਸ ਸਰੀਰ ਵਿੱਚੋਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਸਾਹਿਬ ਜੀ ਕਹਿੰਦੇ ਨੇ ਉਸ ਪ੍ਰਭੂ ਪਰਮਾਤਮਾ ਨੇ ਆਪਣੀ ਜੋਤ ਤੇਰੇ ਵਿੱਚ ਟਿਕਾਈ ਹੈ, ਤਾਂ ਹੀ ਤਾਂ ਤੂੰ ਇਸ ਜਗਤ ਉੱਤੇ ਆਇਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੇ ਮਨੁੱਖ ਕਾਇਆ ਦੀ ਖੋਜ ਕਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਪੀਪਾ ਜੀ ਕਹਿੰਦੇ ਨੇ ਕਾਇਆ ਦੇ ਵਿੱਚ ਬਹੁਤ ਕੁਝ ਹੈ। ਉਹਨਾਂ ਤੇ ਸਪਸ਼ਟ ਕਰ ਦਿੱਤਾ ਕਿ ਕਾਇਆ ਦੇ ਵਿੱਚ ਕਿੰਨਾ ਕੁਝ ਹੈ। ਭਗਤ ਪੀਪਾ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਪਿੰਡੇ ਤੋਂ ਭਾਵ ਸਰੀਰ ਕਾਇਆ, ਜੋ ਖੋਜੈ ਸੋ ਪਾਵੈ। ਜਿਹੜਾ ਇਹਦੀ ਖੋਜ ਕਰ ਲਏਗਾ ਉਹ ਇਸ ਦੀ ਪ੍ਰਾਪਤੀ ਕਰ ਲਵੇਗਾ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੇ ਮਨੁੱਖ ਇਸ ਕਾਇਆ ਦੀ ਖੋਜ ਕਰੇ, ਇਸ ਕਾਇਆ ਬਾਰੇ ਕੁਝ ਨਾ ਕੁਝ ਮਨੁੱਖ ਜਾਣੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ। ਸਾਹਿਬ ਜੀ ਕਹਿੰਦੇ ਕਿੰਨਾ ਕੁਝ ਪ੍ਰਭੂ ਪਰਮਾਤਮਾ ਨੇ ਇਸ ਸਰੀਰ ਦੇ ਵਿੱਚ, ਕਾਇਆ ਦੇ ਵਿੱਚ ਪਾਇਆ ਹੈ। ਮੇਰੇ ਸਾਹਿਬ ਜੀ ਦੇ ਬਚਨ ਨੇ। ਉਸ ਪ੍ਰਭੂ ਪਰਮਾਤਮਾ ਨੇ ਅੰਦਰ ਇੰਨੇ ਕੁ ਗੁਣ, ਇੰਨੇ ਕੁ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਅੰਦਰ ਹਰ ਜੀਵ ਦੇ ਅੰਦਰ ਬਹੁਤ ਕੁਝ ਭਰਿਆ ਹੋਇਆ, ਬਹੁਤ ਕੁਝ ਪਾ ਕੇ ਰੱਖਿਆ, ਪਰ ਜੀਵ ਉਹਦੀ ਭਾਲ, ਉਹਦੀ ਖੋਜ ਕਦੇ ਕਰਦਾ ਨਹੀਂ। ਸਾਹਿਬ ਜੀ ਦੇ ਬਚਨ ਨੇ ਕਾਇਆ ਕੋਟ ਆਪਾਰ ਅੰਦਰ ਹਟ ਨਾਲੇ। ਹਟ ਨਾਲੇ ਦਾ ਮਤਲਬ ਹੱਟੀ ਹੈ। ਸਾਹਿਬ ਜੀ ਕਹਿੰਦੇ ਇਸ ਕਾਇਆ ਦੇ ਵਿੱਚ, ਕੋਟ ਦਾ ਅਰਥ ਹੈ ਇੱਥੇ ਹੈ ਕਿਲ੍ਹਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਇਆ ਰੂਪੀ ਜਿਹੜਾ ਕਿਲ੍ਹਾ ਹੈ ਨਾ, ਇਹਦੇ ਵਿੱਚ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਜਿਹੜਾ ਇਸ ਕਾਇਆ ਦਾ ਕੋਈ ਪਾਰਾਵਾਰੀ ਨਹੀਂ ਪਾਇਆ ਜਾ ਸਕਦਾ। ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੈ ਹਰ ਵਸਤ ਸੰਭਾਲੇ। ਸਾਹਿਬ ਜੀ ਕਹਿੰਦੇ ਕੋਈ ਵਿਰਲਾ ਜੀਵ ਹੈ ਜਿਹੜਾ ਗੁਰੂ ਦੇ ਮਾਰਗ ਉੱਤੇ ਚੱਲ ਕੇ ਇਸ ਅੰਦਰ ਦੀ ਕਾਇਆ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ ਜਿਸ ਵਸਤੂ ਦੀ ਭਾਲ ਵਾਸਤੇ ਜੀਵ ਤੁਰਿਆ ਫਿਰਦਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਲ ਕੀ ਹੈ? ਉਹ ਭਾਲ ਹੈ ਅੰਮ੍ਰਿਤ ਜਲ ਦੀ ਭਾਲ। ਤੇ ਮਨੁੱਖ ਨੇ ਅੰਮ੍ਰਿਤ ਜਲ ਤੋਂ ਭਾਵ ਇਹ ਹੈ ਉਹ ਵਸਤੂ, ਉਹ ਜਲ ਜਿਹੜਾ ਕਦੀ ਮੌਤ ਨਾ ਆਉਣ ਦੇਵੇ। ਤੇ ਜਦੋਂ ਤੋਂ ਕਹਿ ਲਓ ਕਿ ਦੁਨੀਆ ਹੋਂਦ ਵਿੱਚ ਆਈ ਹੈ, ਜਦੋਂ ਤੋਂ ਲੋਕਾਂ ਨੇ ਧਰਮ ਦੀ ਗੱਲ ਨੂੰ ਸਮਝਿਆ ਹੈ, ਉਦੋਂ ਤੋਂ ਲੈ ਕੇ ਇਹ ਭਾਲ ਰਹੀ ਹੈ। ਕਿਉਂਕਿ ਬੰਦੇ ਦੀ ਇੱਕ ਬੜੀ ਵੱਡੀ ਕਮਜ਼ੋਰੀ ਹੈ ਕਿ ਹਰ ਬੰਦਾ, ਹਰ ਇਨਸਾਨ, ਹਰ ਜੀਵ, ਹਰ ਪ੍ਰਾਣੀ ਜਿਉਣਾ ਚਾਹੁੰਦਾ ਹੈ, ਮਰਨਾ ਨਹੀਂ ਚਾਹੁੰਦਾ। ਇਹਦੇ ਵਾਸਤੇ ਬੰਦੇ ਨੇ ਬੜੀਆਂ ਖੋਜਾਂ ਕੀਤੀਆਂ। ਇਸੇ ਖੋਜ ਵਿੱਚੋਂ ਇੱਕ ਖੋਜ ਇਹ ਆਈ ਕਿ ਕੋਈ ਇਹੋ ਜਿਹੀ ਬੂਟੀ ਹੋਣੀ ਚਾਹੀਦੀ ਹੈ, ਕੋਈ ਇਹੋ ਜਿਹਾ ਅੰਮ੍ਰਿਤ ਹੋਣਾ ਚਾਹੀਦਾ ਹੈ ਜਿਹੜਾ ਪੀਣ ਨਾਲ ਬੰਦੇ ਦੀ ਮੌਤ ਨਾ ਹੋਵੇ। ਤੇ ਤਾਂ ਹੀ ਫਿਰ ਉਹ ਜਿਹੜਾ ਮ੍ਰਿਤ ਤੇ ਉਹਦੇ ਨਾਲ ਅਗੇਤਰ ਐੜਾ ਲਾ ਦਿੱਤਾ ਅੰਮ੍ਰਿਤ ਭਾਵ ਜਿਹਦੇ ਨਾਲ ਮੌਤ ਨਾ ਹੋਵੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੀ ਭਾਲ ਅੱਜ ਤੋਂ ਹੀ ਨਹੀਂ,
ਇਹਦੀ ਭਾਲ ਬੜੇ ਲੰਮੇ ਸਮੇਂ ਤੋਂ ਕਰਦੇ ਰਹੇ ਨੇ। ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਇਸ ਖੋਜ ਵਿੱਚ ਰਹੇ ਹੋ ਕਿ ਕੋਈ ਨਾ ਕੋਈ ਤਰੀਕਾ ਲੱਭ ਜਾਏ ਕਿ ਜਿਹਦੇ ਨਾਲ ਮੌਤ ਨਾ ਹੋਵੇ। ਤੇ ਕਈ ਤਰ੍ਹਾਂ ਦੀਆਂ ਇਤਿਹਾਸਕ ਕਹਾਣੀਆਂ ਵੀ ਜਿਹੜੀਆਂ ਨੇ ਉਹ ਹਨ ਕਿ ਜਿਵੇਂ ਕਹਿੰਦੇ ਜੀ ਸਮੁੰਦਰ ਰਿੜਕਿਆ ਗਿਆ, ਸਮੁੰਦਰ ਰਿੜਕਣ ਤੋਂ ਉਹਦੇ ਵਿੱਚੋਂ ਜਿਹੜੇ 14 ਰਤਨ ਨਿਕਲੇ, ਉਹਦੇ ਵਿੱਚੋਂ ਇੱਕ ਅੰਮ੍ਰਿਤ ਵੀ ਨਿਕਲਿਆ ਜਿਹੜਾ ਉਹ ਦੇਵਤਿਆਂ ਨੂੰ ਪ੍ਰਾਪਤ ਹੋਇਆ ਹੈ, ਪਰ ਉਹ ਵੀ ਕਹਿੰਦੇ ਅਸਲ ਵਿੱਚ ਮੌਤ ਤੋਂ ਨਹੀਂ ਬਚਾ ਸਕਿਆ। ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਗਈਆਂ। ਆਬੇ ਹਯਾਤ ਦਾ ਨਾਂ ਕਿਸੇ ਨੇ ਦੇ ਦਿੱਤਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਮਨੁੱਖ ਨੇ ਅਸਲ ਵਿੱਚ ਸਹੀ ਚੀਜ਼ ਦੀ ਵਰਤੋਂ ਹੀ ਨਹੀਂ ਕੀਤੀ। ਪਹਿਲੀ ਗੱਲ ਤਾਂ ਇਹ ਕਿ ਇਨਸਾਨ ਇਸ ਮੌਤ ਤੋਂ ਡਰਦਾ ਹੀ ਕਿਉਂ ਹੈ ਜਿਹਨੇ ਆ ਜਾਣਾ। ਸਾਹਿਬ ਜੀ ਕਹਿੰਦੇ ਅਸਲ ਵਿੱਚ ਸਰੀਰਕ ਮੌਤ ਵਾਸਤੇ ਯਤਨ ਕੀਤੇ ਗਏ ਵੀ ਇਹ ਨਾ ਆਵੇ। ਇਨਸਾਨ ਨੂੰ ਯਤਨ ਕਰਨੇ ਚਾਹੀਦੇ ਸੀ ਆਤਮਿਕ ਮੌਤ ਨਾ ਹੋਵੇ, ਕਿਉਂਕਿ ਸਭ ਤੋਂ ਵੱਡੀ ਗੱਲ ਤੇ ਆਤਮਿਕ ਮੌਤ ਦੀ ਹੈ। ਸਰੀਰ ਦੀ ਤਾਂ ਸਰੀਰ ਚਲਿਆ ਜਾਏਗਾ ਫਿਰ ਮਿਲ ਜਾਏਗਾ, ਚਲਿਆ ਜਾਏਗਾ ਫਿਰ ਮਿਲ ਜਾਏਗਾ, ਇਹ ਤਾਂ ਇੱਕ ਸਿਲਸਿਲਾ ਚੱਲਦਾ ਰਹੇਗਾ। ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਭਾਲ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਪਰ ਜਿਹੜੀ ਉਹ ਖੋਜ ਕਰਦੇ ਉਹਨਾਂ ਨੂੰ ਸਮਝ ਹੀ ਨਹੀਂ ਆਈ ਵੀ ਦਾਤ ਹੈ ਕਿੱਥੇ ਸੀ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਉਹ ਕਿਹੜਾ ਅੰਮ੍ਰਿਤ ਸੀ ਜਿਹੜਾ ਗੁਰੂ ਕੋਲੋਂ ਪ੍ਰਾਪਤ ਹੋਇਆ ਸੱਚਾ। ਪਹਿਲੀ ਗੱਲ ਸਤਿਗੁਰੂ ਮਹਾਰਾਜ ਜੀ ਨੇ ਮਨੁੱਖ ਨੂੰ ਸੱਚੇ ਪਰਮਾਤਮਾ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਨਿਰੰਕਾਰ ਨੂੰ ਮਹਿਸੂਸ ਕਰਕੇ ਉਹ ਤੇਰੇ ਅੰਦਰ ਬੈਠਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਵਿਰਲੇ ਕਿਸੇ ਗੁਰਮੁਖ ਨੂੰ ਇਹ ਸਮਝ ਆ ਗਈ ਉਹਨੇ ਆਪਣੀ ਕਾਇਆ ਨੂੰ ਖੋਜਿਆ ਤੇ ਕਾਇਆ ਨੂੰ ਖੋਜ ਕੇ ਉਹਨੂੰ ਪ੍ਰਾਪਤ ਕੀ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾਮ ਨਿਧਾਨ ਹਰ ਵਣ ਜੀਐ ਹੀਰੇ ਪਰਵਾਲੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਸ ਨੂੰ ਅੰਦਰੋਂ ਹੀਰੇ ਮਿਲ ਗਏ ਜਿਹਨੇ ਇਸ ਨਾਮ ਨਿਧਾਨ ਖਜ਼ਾਨੇ ਦੇ ਰਾਹੀਂ ਆਪਣੇ ਅੰਦਰ ਝਾਤ ਮਾਰੀ। ਉਹਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਕੀਮਤੀ ਹੀਰੇ, ਕੀਮਤੀ ਹੀਰਿਆਂ ਦਾ ਮਤਲਬ ਸੀ ਕੀਮਤੀ ਗੁਣ ਉਸ ਜੀਵ ਨੂੰ ਪ੍ਰਾਪਤ ਹੋ ਗਏ। ਸਾਹਿਬ ਕਹਿੰਦੇ ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਵੀ ਜਿਹੜੇ ਸਰੀਰ ਤੋਂ ਬਿਨਾਂ ਹੋਰ ਕੋਈ ਭਾਲ ਵਿੱਚ ਲੱਗੇ ਸਨ, ਹੋਰ ਕਿਸੇ ਖੋਜ ਵਿੱਚ ਲੱਗੇ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੇ ਮੂੜ ਬਿਤਾਲੇ, ਕਹਿੰਦੇ ਉਹ ਮੂਰਖ ਬੇਤਾਲੇ ਦਾ ਭਾਵ ਹੈ ਕਿ ਤਾਲ ਤੋਂ ਖੁੰਝੇ ਹੋਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਇਆ ਤੋਂ ਬਾਹਰ ਜਿਹੜੇ ਖੋਜਦੇ ਰਹੇ, ਬਾਹਰ ਖੋਜਣ ਨਾਲ ਕੁਝ ਨਾ ਪ੍ਰਾਪਤ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਸੋਰਠ ਰਾਗ ਦੇ ਵਿੱਚ। ਸਤਿਗੁਰੂ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਸ ਦੇ ਵਾਸਤੇ ਤੂੰ ਆਇਆ ਜਗਤ ਸੰਸਾਰ ਤੇ, ਉਹ ਅੰਮ੍ਰਿਤ ਜਲ ਗੁਰੂ ਦੇ ਕੋਲੋਂ ਤੈਨੂੰ ਪ੍ਰਾਪਤ ਹੋਣਾ ਸੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਹਿਰਦੇ ਰੂਪੀ ਘਰ ਵਿੱਚ ਹੀ ਉਹ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ, ਸਭ ਦੇ ਅੰਦਰ ਪਰਮਾਤਮਾ ਨੇ ਰੱਖਿਆ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਜਿਸ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਦਿਨ ਰਾਤ ਇਹਦੇ ਅੰਮ੍ਰਿਤ ਨੂੰ ਲੁੱਟਿਆ ਜਾ ਰਿਹਾ ਹੈ। ਸਾਹਿਬ ਦੇ ਬਚਨ ਨੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ। ਉੱਥੇ ਵੀ ਸ਼ਬਦ ਅੰਮ੍ਰਿਤ ਵਰਤਿਆ। ਸਤਿਗੁਰੂ ਮਹਾਰਾਜ ਕਹਿੰਦਾ ਇਹਦਾ ਅੰਦਰ ਦਾ ਅੰਮ੍ਰਿਤ ਲੁੱਟਿਆ ਜਾ ਰਿਹਾ ਹੈ। ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ ਕੋਏ ਨਾ ਸੁਣੈ ਪੁਕਾਰਾ। ਸਤਿਗੁਰੂ ਕਹਿੰਦੇ ਜੀਵ ਤਾਂ ਉਸ ਪੁਕਾਰ ਨੂੰ ਸੁਣਦਾ ਹੀ ਨਹੀਂ ਪਿਆ। ਜਿਹੜੀ ਪੁਕਾਰ ਇਹਨੂੰ ਜਿਹੜੇ ਰੱਬ ਦੇ ਪਿਆਰੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਆਪਣੀ ਕਾਇਆ ਦੀ ਖੋਜ ਕਰੋ। ਜਿਵੇਂ ਹੁਣੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਸੀ ਬੰਦੇ ਖੋਜ ਦਿਲ ਹਰ ਰੋਜ਼। ਇਹ ਇਨਸਾਨ ਜੇ ਤੂੰ ਆਪਣੇ ਰੋਜ਼ ਦਿਲ ਦੀ ਖੋਜ ਕਰੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਫਿਰ ਪਰੇਸ਼ਾਨੀ ਕੋਈ ਨਹੀਂ ਤੈਨੂੰ ਰਹੇਗੀ, ਸਾਰੀਆਂ ਪਰੇਸ਼ਾਨੀਆਂ ਤੇਰੀਆਂ ਖਤਮ ਹੋ ਜਾਣਗੀਆਂ ਜੇ ਤੂੰ ਰੋਜ਼ ਦੇ ਰੋਜ਼ ਆਪਣੇ ਅੰਤਰ ਆਤਮੇ ਦੀ ਖੋਜ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਤਾਂ ਮਨੁੱਖ ਨੂੰ ਅੰਦਰ ਖੋਜਣ ਦੀ ਗੱਲ ਕੀਤੀ ਹੈ, ਕਿਉਂਕਿ ਵਾਹਿਗੁਰੂ ਪਰਮਾਤਮਾ ਨੇ ਕਿਤੇ ਬਾਹਰ ਨਹੀਂ, ਉਸ ਨੇ ਦਾਤ ਅੰਮ੍ਰਿਤ ਜਿਹੜੀ ਦੇਣੀ ਹੈ ਜਾਂ ਰਹਿਮਤ ਹੋਣੀ ਹੈ ਉਹ ਅੰਦਰੋਂ ਹੋਣੀ। ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਈ ਇਹ ਚਾਤਰਕ ਪਪੀਹੇ ਨੂੰ ਸਮਝ ਹੀ ਨਹੀਂ ਹੈ ਕਿ ਇਹ ਤਾਂ ਬਾਹਰ ਦੀ ਭਾਲ ਕਰਦਾ ਫਿਰਦਾ ਜੀਵ ਰੂਪੀ ਪਪੀਹਾ। ਜੇ ਸਮਝ ਆ ਜੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਚਾਹੀਦਾ ਕੀ ਹੈ। ਜੇ ਇਸ ਨੂੰ ਸਮਝ ਆ ਜੇ ਕਿ ਮੈਨੂੰ ਇਹ ਵਸਤੂ ਚਾਹੀਦੀ ਹੈ ਤੇ ਸਾਹਿਬ ਕਹਿੰਦੇ ਫਿਰ ਉਹਦੇ ਵਾਸਤੇ ਯਤਨ ਕਰੇਗਾ, ਉਹਦੇ ਵਾਸਤੇ ਦਿਨ ਰਾਤ ਮਿਹਨਤ ਕਰੇਗਾ। ਤੇ ਸਾਹਿਬ ਕਹਿੰਦੇ ਮਿਹਨਤ ਜਿਹਨੇ ਕਾਇਆ ਸਰੀਰ ਦੀ ਕੀਤੀ ਹੈ ਉਹਨੂੰ ਤੇ ਕੁਝ ਪ੍ਰਾਪਤ ਹੋ ਗਿਆ। ਤੇ ਮੈਂ ਸ਼ਬਦ ਲਿਆ ਸੀ ਇੱਕ ਕਿ ਕਾਇਆ ਕੋਟ ਅਪਾਰ ਅੰਦਰ ਹਟ ਨਾਲੇ।
ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ, ਨਾਮ ਨਿਧਾਨ ਹਰ ਵਣਜੀਐ ਹੀਰੇ ਪਰਵਾਲੇ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬਿਤਾਲੇ ਸੇ ਉਜੜ ਭਰਮ ਭਵਾਈਐ। ਜਿਉ ਝਾੜ ਮਿਰਗ ਭਾਲੇ, ਕਹਿਣ ਲੱਗੇ ਜਿਵੇਂ ਮਿਰਗ ਝਾੜੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ, ਉਹਦੀ ਨਾਭੀ ਵਿੱਚ ਕਸਤੂਰੀ ਹੁੰਦਿਆਂ ਹੋਇਆਂ ਵੀ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਜਿਹੜੀ ਸੁਗੰਧੀ ਹੈ ਇਹ ਉਹਦੇ ਕੋਲ ਖੁਦ ਉਹਦੇ ਕੋਲੋਂ ਆ ਰਹੀ ਹੈ। ਉਹਦੇ ਆਪਣੇ ਕੋਲੋਂ ਸੁਗੰਧੀ ਆਉਂਦੀ ਹੈ ਪਰ ਉਹਨੂੰ ਲੱਗਦਾ ਕਿਤੇ ਬਾਹਰੋਂ ਆਉਂਦੀ ਹੈ। ਇਸੇ ਤਰ੍ਹਾਂ ਭੜਕ ਕੇ ਹੀ ਉਹ ਆਪਣੀ ਜਾਨ ਗਵਾ ਜਾਂਦਾ। ਮਨੁੱਖ ਵੀ ਅੰਦਰ ਬਹੁਤ ਕੁਝ ਜੀਵਦੇ ਹੈ ਪਰ ਇਹ ਭਾਲ ਬਾਹਰ ਦੀ ਕਰਦਾ ਕਰਕੇ ਸਾਰੀ ਜ਼ਿੰਦਗੀ ਵਿਅਰਥ ਹੀ ਗਵਾ ਕੇ ਤੁਰ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਜਿਸ ਦਿਨ ਇਹ ਸਮਝ ਆ ਗਈ ਉਸ ਦਿਨ ਮਨੁੱਖ ਦਾ ਭਰਮ ਚਲਿਆ ਜਾਏਗਾ, ਭਟਕਣਾ ਚਲੀ ਜਾਏਗੀ, ਫਿਰ ਅੰਮ੍ਰਿਤ ਜਲ ਉਹਨੂੰ ਪ੍ਰਾਪਤ ਹੋ ਜਾਏਗਾ। ਪਰ ਗੁਰੂ ਅਮਰਦਾਸ ਜੀ ਇੱਕ ਹੋਰ ਬਚਨ ਨਾਲ ਕਰਦੇ ਨੇ, ਕਹਿੰਦੇ ਜਦੋਂ ਪਰਮਾਤਮਾ ਦੀ ਨਿਗਾਹ ਹੋ ਜਾਏ, ਉਹਦੀ ਮਿਹਰ ਦੀ ਨਜ਼ਰ ਹੋ ਜਾਏ ਤੇ ਪਰਮਾਤਮਾ ਫਿਰ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਸਤਿਗੁਰੂ ਦੇ ਕੋਲੋਂ ਫਿਰ ਅੰਮ੍ਰਿਤ ਦੀ ਦਾਤ ਜੀਵ ਨੂੰ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਇਤਿਹਾਸਕ ਪੱਖ ਨੂੰ ਨਾਲ ਵੇਖਦੇ ਹਾਂ ਕਿ ਗੁਰਮੁਖੋ ਜਿਨ੍ਹਾਂ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕੀਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭਾਵੇਂ ਕਿੰਨੀ ਵੀ ਸੇਵਾ ਡੱਲੇ ਨੇ ਕੀਤੀ ਹੈ ਪਰ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਜ਼ਰੂਰ ਕਹਿ ਦਿੱਤਾ, ਭਾਈ ਡੱਲਿਆ ਬਈ ਤੈਨੂੰ ਗੁਰੂ ਵਾਲਾ ਬਣਨਾ ਪੈਣਾ, ਤੈਨੂੰ ਅੰਮ੍ਰਿਤ ਛਕਣਾ ਪੈਣਾ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਇਹ ਨਹੀਂ ਕਹਿ ਦਿੱਤਾ ਵੀ ਡੱਲਿਆ ਤੇਰੀ ਜਿਹੜੀ ਸੇਵਾ ਹੈ ਇਹ ਪ੍ਰਵਾਨ ਹੈ ਤੇ ਤੇਰੀ ਸੇਵਾ ਕਰਕੇ ਕੋਈ ਗੱਲ ਨਹੀਂ, ਜੇ ਤੂੰ ਨਹੀਂ ਵੀ ਛਕੇਂਗਾ ਤਾਂ ਵੀ ਪ੍ਰਵਾਨ ਹੈ। ਸਭ ਕਿਹਾ ਨਹੀਂ, ਡੱਲਿਆ ਸੇਵਾ ਤੂੰ ਕੀਤੀ ਹੈ ਠੀਕ ਹੈ, ਪਰ ਇਸ ਸੇਵਾ ਦੇ ਨਾਲ ਜੇ ਤੂੰ ਰਹਿਮਤ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਕਿ ਮੈਨੂੰ ਪ੍ਰਭੂ ਦੇ ਘਰ ਵਿੱਚ ਜਗ੍ਹਾ ਮਿਲ ਜਾਏ ਤੇ ਉਹ ਡੱਲਿਆ ਫਿਰ ਇਸ ਤਰ੍ਹਾਂ ਨਹੀਂ ਮਿਲਣੀ, ਉਹ ਤਾਂ ਤੈਨੂੰ ਅੰਮ੍ਰਿਤ ਛਕਣਾ ਹੀ ਪੈਣਾ। ਇਹਦਾ ਮਤਲਬ ਸਤਿਗੁਰੂ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਜੇ ਕਿਹਾ ਹੈ ਤੇ ਭਾਈ ਡੱਲੇ ਨੇ ਅੰਮ੍ਰਿਤ ਛਕ ਵੀ ਲਿਆ ਗੁਰੂ ਮਹਾਰਾਜ ਜੀ ਦੇ ਆਖੇ ਲਾ ਕੇ। ਜੇ ਸਤਿਗੁਰੂ ਮਹਾਰਾਜ ਜੀ ਕਪੂਰੇ ਕੋਲੇ ਆਉਂਦੇ ਆ ਤੇ ਕਪੂਰਾ ਭਾਵੇਂ ਗੁਰੂ ਮਹਾਰਾਜ ਨੂੰ ਉਸ ਟਾਈਮ ਤੇ ਮਹਾਰਾਜ ਜੀ ਦਾ ਸਹਿਯੋਗ ਨਹੀਂ ਦੇ ਸਕਿਆ, ਪਰ ਜਦੋਂ ਸਤਿਗੁਰੂ ਢਿਲਵਾਂ ਗਏ ਤੇ ਇਹ ਆਪਣਾ ਪਰਿਵਾਰ ਲੈ ਕੇ ਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਿਆ ਤੇ ਮਹਾਰਾਜ ਜੀ ਕੋਲੋਂ ਖਿਮਾ ਜਾਚਨਾ ਵੀ ਕੀਤੀ ਤੇ ਨਾਲੇ ਸਾਰੇ ਪਰਿਵਾਰ ਨੂੰ ਉਹਨੇ ਕਿਹਾ ਮਹਾਰਾਜ ਅੰਮ੍ਰਿਤ ਦੀ ਦਾਤ ਦਿਓ। ਅੰਮ੍ਰਿਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਕਹਿਣ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਨਦਰ ਕਰੇ ਫਿਰ ਗੁਰੂ ਨਾਲ ਮਿਲਾਪ ਹੁੰਦਾ। ਗੁਰੂ ਫਿਰ ਉਹ ਨਾਮ ਅੰਦਰੋਂ ਪ੍ਰਗਟ ਕਰਦਾ ਹੈ। ਕਿਵੇਂ ਪ੍ਰਗਟ ਕਰਦਾ? ਉਦੋਂ ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ ਜਿਹੜਾ ਸੀ ਉਸ ਵੇਲੇ ਗੁਰੂ ਧਾਰਨ ਕਰਨ ਦੀ ਵਿਧ ਜੁਗਤ ਹੋਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਖੰਡੇ ਦੀ ਪੌਲ ਵਿੱਚ ਬਦਲਿਆ। ਅੱਜ ਕਿਸੇ ਨੇ ਗੁਰੂ ਵਾਲਾ ਬਣਨਾ ਹੈ ਤੇ ਉਹ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ ਨਹੀਂ ਬਣਿਆ ਜਾ ਸਕਦਾ। ਉਹ ਤਾਂ ਉਹਨੂੰ ਖੰਡੇ ਬਾਟੇ ਦੀ ਪੌਲ ਲੈ ਕੇ ਹੀ ਗੁਰੂ ਵਾਲਾ ਬਣਿਆ ਜਾ ਸਕਦਾ। ਹੋਰ ਕੋਈ ਵੀ ਵਿਧ, ਕੋਈ ਵੀ ਜੁਗਤ, ਕੋਈ ਵੀ ਹੋਰ ਢੰਗ ਤਰੀਕਾ ਨਹੀਂ ਹੈ ਕਿ ਇਕੱਲਾ ਹੀ ਬੰਦਾ ਕਿਸੇ ਨੂੰ ਕੋਈ ਗੁਰੂ ਵਾਲਾ ਬਣਾ ਦੇਵੇ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਜਦੋਂ ਉਹਨਾਂ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਦਿੱਤਾ, ਉਦੋਂ ਬਾਅਦ ਜਿਹੜੀ ਮਰਜ਼ਾਦਾ ਬਣਾ ਦਿੱਤੀ ਹੈ ਅੱਜ ਤੱਕ ਪੰਥ 'ਚ ਉਹੀ ਹੈ ਤੇ ਇਹੀ ਅੱਗੇ ਤੱਕ ਚੱਲਦੀ ਰਹੇਗੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਸ਼ਬਦ ਰਾਹੀਂ। ਸਾਹਿਬ ਕਹਿੰਦੇ ਨੇ ਚਾਤ੍ਰਿਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ। ਇਹ ਚਾਤ੍ਰਿਕ ਪਪੀਹੇ ਤੂੰ ਜਾਣਦਾ ਹੀ ਨਹੀਂ, ਤੈਨੂੰ ਪਿਆਸ ਕਿਹੜੀ ਚੀਜ਼ ਦੀ ਲੱਗੀ ਹੈ। ਹੁਣ ਜਿਸ ਬੰਦੇ ਨੂੰ ਪਤਾ ਹੀ ਨਾ ਹੋਵੇ ਵੀ ਮੈਨੂੰ ਚਾਹੀਦਾ ਕੀ ਹੈ, ਮੈਨੂੰ ਪਿਆਸ ਕਿਹੜੀ ਚੀਜ਼ ਦੀ ਹੈ, ਤੇ ਉਹਦੀ ਪਿਆਸ ਮਿਟ ਕਿਵੇਂ ਸਕਦੀ ਹੈ। ਸਾਹਿਬ ਜੀਵ ਨੂੰ ਕਹਿ ਰਹੇ ਨੇ ਕਿ ਪਹਿਲੀ ਗੱਲ ਤੇ ਇਹ ਦੱਸ ਵੀ ਤੇਰੀ ਮੰਗ ਹੈ ਕਿ ਤੈਨੂੰ ਆਤਮਿਕ ਆਨੰਦ ਚਾਹੀਦਾ ਕਿ ਨਹੀਂ ਚਾਹੀਦਾ। ਤੂੰ ਆਪਣੀ ਆਤਮਾ ਵਾਸਤੇ ਕੁਝ ਮੰਗਦਾ ਹੈ ਗੁਰੂ ਕੋਲੋਂ ਕਿ ਨਹੀਂ ਮੰਗਦਾ। ਸਾਹਿਬ ਕਹਿੰਦੇ ਪਹਿਲੀ ਗੱਲ ਤੇ ਹੈ ਵੀ ਤੈਨੂੰ ਪਿਆਸ ਕਿਹੜੀ ਚੀਜ਼ ਦੀ ਲੱਗੀ ਹੈ। ਜੇ ਪਿਆਸ ਦੀ ਸਮਝ ਆ ਜਾਏ ਤੇ ਸਾਹਿਬ ਕਹਿੰਦੇ ਨੇ ਕਿਤ ਪੀਤੈ ਤਿਖ ਜਾਏ। ਪਹਿਲਾਂ ਤੇ ਵੇਖ ਵੀ ਪਿਆਸ ਕੀ ਹੈ, ਫਿਰ ਕਿਹੜੀ ਚੀਜ਼ ਤੈਨੂੰ ਜਿਹੜੀ ਦਿੱਤੀ ਜਾਵੇ ਤੇਰੀ ਪਿਆਸ ਮਿਟ ਜਾਏਗੀ। ਤੇ ਫਿਰ ਸਾਹਿਬ ਅਗਲੀ ਪੰਕਤੀ ਵਿੱਚ ਉਹਦਾ ਅਰਥ ਕਰਦੇ ਨੇ, ਕਹਿੰਦੇ ਦੂਜੈ ਭਾਏ ਭ੍ਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ। ਦੂਜੇ ਭਾਏ ਦਾ ਮਤਲਬ ਹੈ ਕਿ ਜਿਵੇਂ ਅੱਜ ਦੇ ਸਮੇਂ 'ਚ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਐਵੇਂ ਇੱਧਰ ਉੱਧਰ ਭਟਕਦੇ ਫਿਰਨਾ, ਇਹ ਹੈ ਭਰਮਣਾ 'ਚ ਪੈ ਜਾਣਾ, ਭਟਕਣਾ 'ਚ ਪੈ ਜਾਣਾ ਤੇ ਉੱਥੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਹੁਣ ਤੁਸੀਂ ਦੇਖੋ ਜਿਵੇਂ ਦੇਹਧਾਰੀਆਂ ਦੀ ਗੱਲ ਤੁਸੀਂ ਲੈ ਲਓ, ਇਹ ਵੀ ਇੱਕ ਭਟਕਣਾ ਹੀ ਹੈ ਨਾ। ਬੰਦਾ ਚਾਹੁੰਦਾ ਵੀ ਚਲੋ ਸੌਖਾ ਕੰਮ ਮਿਲ ਜਾਣਾ ਚਾਹੀਦਾ, ਨਾ ਕਕਾਰ ਪਾਉਣੇ ਪੈਣ, ਨਾ ਕੇਸ ਰੱਖਣੇ ਪੈਣ, ਨਾ ਕੋਈ ਮਰਜ਼ਾਦਾ ਰੱਖਣੀ ਪਵੇ, ਬਸ ਉੱਦਾਂ ਹੀ ਸਾਨੂੰ ਗੁਰੂ ਮਿਲ ਜਾਵੇ ਤੇ ਜਿਹੜਾ ਸਾਨੂੰ ਕਹਿ ਦੇ ਤੁਹਾਡਾ ਪਾਰ ਉਤਾਰਾ ਹੋ ਗਿਆ। ਤੇ ਲੋਕਾਂ ਨੇ ਇਹੋ ਜਿਹਾ ਲੱਭ ਵੀ ਲਿਆ ਤੇ ਜਿਹੋ ਜਿਹਾ ਗੁਰੂ ਲੱਭਿਆ ਉਹ ਜਿਹੇ ਚੇਲੇ ਮਗਰ ਬਣ ਗਏ। ਗੁਰੂ ਵੀ ਨੱਚਣ ਟੱਪਣ ਲੱਗ ਪਿਆ, ਚੇਲੇ ਵੀ ਨੱਚਣ ਟੱਪਣ ਲੱਗ ਪਿਆ ਮਗਰ ਹੀ। ਗੁਰੂ ਵੀ ਫਿਲਮਾਂ ਬਣਾਉਣ ਲੱਗ ਪਿਆ, ਚੇਲੇ ਮਗਰ ਉੱਦਾਂ ਦੇ ਹੀ ਬਣ ਜਾਣੇ ਸੀ ਨਾ।
ਤੇ ਉਹਨਾਂ ਦਾ ਗੁਰੂ ਜਿਸ ਤਰ੍ਹਾਂ ਦਾ ਬਣ ਗਿਆ, ਮਗਰ ਚੇਲੇ ਵੀ ਉਸ ਤਰ੍ਹਾਂ ਦੇ ਬਣ ਗਏ। ਦੱਸੋ, ਆਪਣਾ ਬੇੜਾ ਤੇ ਗਰਕ ਉਹਨੇ ਕਰਨਾ ਹੀ ਕਰਨਾ। ਜਿਹੜੀ ਮਗਰ ਮੜੀਰ ਲਾਈ ਹੈ ਉਹਦਾ ਬੇੜਾ ਗਰਕ ਵੀ ਨਾਲ ਹੀ ਹੋ ਜਾਣਾ ਹੈ, ਕਿਉਂਕਿ ਉਹਨਾਂ ਦੇ ਪੱਲੇ ਕੀ ਮਿਲੇਗਾ। ਉਹਨਾਂ ਨੂੰ ਅਜੇ ਤੱਕ ਨਹੀਂ ਸਮਝ ਆਉਂਦੀ ਵੀ ਸਾਡੇ ਗੁਰੂ ਨੇ ਤਾਂ ਹੁਣ ਵੀ ਕਿਸੇ ਨੂੰ ਕੋਈ ਸ਼ੱਕ ਹੈ ਵੀ ਜਿਹੜਾ ਉਹ ਪਹਿਲਾਂ ਹੀ ਉਹਨੂੰ ਚਲੇ ਜਾਣਾ ਚਾਹੀਦਾ ਸੀ ਫਿਲਮ ਇੰਡਸਟਰੀ ਵਿੱਚ। ਹੁਣ ਇੰਨਾ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਂ 'ਤੇ ਲੁੱਟ ਕੇ ਲੋਕਾਂ ਨੂੰ, ਤੇ ਹੁਣ ਕਿਹੜੇ ਚੱਕਰਾਂ 'ਚੋਂ ਪਿਆ ਹੋਇਆ ਹੈ। ਤੇ ਨਾ ਸੱਚਾ ਸੌਦਾ ਰੱਖ ਲਿਆ ਸੀ ਉਹਨੇ, ਹੈ ਤਾਂ ਝੂਠਾ ਸੌਦਾ ਹੀ ਉਹਦਾ ਸੀ, ਕਿਉਂਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦਾ ਹੀ ਸੌਦਾ ਸੱਚਾ ਹੋ ਸਕਦਾ ਹੈ, ਕਿਸੇ ਹੋਰ ਦਾ ਸੌਦਾ ਸੱਚਾ ਨਹੀਂ। ਉਹ ਨਾਂ ਰੱਖ ਲਵੇ ਵੱਖਰੀ ਗੱਲ ਹੈ, ਪਰ ਦੁਨੀਆ ਦੇ ਸਾਹਮਣੇ ਤਾਂ ਆ ਹੀ ਜਾਂਦਾ ਵੀ ਝੂਠਾ ਸੌਦਾ ਸੀ ਤੇ ਝੂਠਾ ਹੀ ਨਿਕਲਿਆ। ਜਿਹੜੀ ਬੇਨਤੀ ਕਰ ਰਹੇ ਇਹ ਹੈ ਭਟਕਣਾ। ਜਦੋਂ ਲੋਕ ਉਹਨਾਂ ਦੇ ਮਗਰ ਲੱਗੇ, ਇੱਕ ਨੂੰ ਫਰੀਜ਼ਰ 'ਚ ਰੱਖ ਕੇ ਬੈਠੇ, ਅਜੇ ਤੱਕ ਨਹੀਂ ਉਹਦਾ ਪਤਾ ਵੀ ਕਦੋਂ ਬਾਹਰ ਕੱਢਣਾ, ਕਦੋਂ ਉਹਨੂੰ ਸਾੜਨਾ ਫੂਕਣਾ, ਕਦੋਂ ਉਹਨੂੰ ਪਤਾ ਨਹੀਂ ਸਾੜਿਆ ਫੂਕਿਆ ਵੀ ਇਹ ਕੀ ਕੀਤਾ ਕੀ ਨਹੀਂ ਕੀਤਾ, ਪਰ ਅਜੇ ਤੱਕ ਵੀ ਉਹ ਉਹਨਾਂ ਦੇ ਮੁਤਾਬਕ ਆ ਵੀ ਸਮਾਧੀ 'ਚੋਂ ਨਿਕਲ ਆਉਣਾ। ਉਹਦੇ ਮਗਰ ਲੱਗੇ ਵੀ ਤੁਸੀਂ ਦੱਸੋ ਕੀ ਉਹਨਾਂ ਦੀ ਜ਼ਿੰਦਗੀ ਸੌਰ ਜਾਏਗੀ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡਾ ਗੁਰੂ ਹੈ ਕਿੱਥੇ, ਗਿਆ ਕਿੱਥੇ। ਤੇ ਉਹ ਜਿਹੜੇ ਮਗਰ ਲੱਗੇ ਨੇ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਤੇ ਉਹਦੀ ਆਪਣੀ ਵੀ ਬਰਬਾਦ ਹੋਈ। ਇਸ ਤਰ੍ਹਾਂ ਦੇ ਜਿਹੜੇ ਲੋਕ ਗੁਰੂ ਬਣੇ ਬੈਠੇ ਆ ਜਾਂ ਉਹਨਾਂ ਦੇ ਮਗਰ ਦੁਨੀਆ ਤੁਰੀ ਫਿਰਦੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਦੂਜੇ ਭਾਏ ਭ੍ਰਮਿਆ, ਭਟਕ ਜਾਂਦਾ ਜੀਵ। ਤੇ ਸਾਹਿਬ ਕਹਿੰਦੇ ਅੰਮ੍ਰਿਤ ਜਲ ਪੱਲੇ ਨਾ ਪਾਏ। ਉਹਨਾਂ ਨੂੰ ਕਿੱਥੋਂ ਅੰਮ੍ਰਿਤ ਜਲ ਮਿਲਣਾ, ਕਿੱਥੋਂ ਆਤਮਿਕ ਜੀਵਨ ਮਿਲਣਾ ਹੈ, ਉਹਨਾਂ ਨੂੰ ਕਿੱਥੋਂ ਕੋਈ ਚੰਗੇ ਜੀਵਨ ਦੀ ਸੇਧ ਮਿਲ ਜਾਏਗੀ। ਜੀਵਨ ਦੀ ਸੇਧ ਤਾਂ ਗੁਰੂ ਕੋਲੋਂ ਲੈਣੀ ਹੈ ਨਾ, ਤੇ ਆਪਾਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਨਾ, ਗੁਰੂ ਦੀ ਸਿੱਖਿਆ ਉੱਤੇ ਚੱਲਣਾ। ਤੇ ਜੇ ਗੁਰੂ ਦੇ ਉੱਤੇ ਹੀ ਸਾਨੂੰ ਪਤਾ ਹੋਏਗਾ ਵੀ ਇਹ ਗੁਰੂ ਹੀ ਇੱਦਾਂ ਦਾ, ਤੇ ਉਹਦੀ ਸਿੱਖਿਆ ਕਿਵੇਂ ਗ੍ਰਹਿਣ ਕਰਨਾ। ਹੁਣ ਜੇ ਕੋਈ ਕਵੇ ਗੁਰੂ ਦੀ ਸਿੱਖਿਆ ਤੇ ਫਿਰ ਉਹਦੇ ਵਰਗੇ ਚੇਲੇ ਬਣਨਗੇ ਨਾ ਸਾਰੇ, ਫਿਲਮਾਂ ਹੀ ਬਣਾਉਣਗੇ ਉਹਦੇ ਵਾਂਗੂ, ਜਿਹੜਾ ਉਹ ਨਾਲ ਲੈ ਕੇ ਅੱਧ ਕੱਪੜਿਆਂ ਵਾਲੀਆਂ ਲੜਕੀਆਂ ਤੇ ਜਿਵੇਂ ਉਹ ਨੱਚਦਾ ਫਿਰਦਾ ਗੁਰੂ। ਫਿਰ ਇਹਦਾ ਮਤਲਬ ਚੇਲੇ ਵੀ ਤਾਂ ਉਹੀ ਕੰਮ ਕਰਨਗੇ ਨਾ। ਜੇ ਗੁਰੂ ਦੇ ਮਾਰਗ ਤੇ ਚੱਲਣਾ ਤੇ ਫਿਰ ਜਿਸ ਤਰ੍ਹਾਂ ਦਾ ਗੁਰੂ ਹੈ ਮਾਰਗ ਵੀ ਉੱਦਾਂ ਦਾ ਹੀ ਲੋਕਾਂ ਨੂੰ ਅਪਣਾਉਣਾ ਪਏਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਟਕ ਜਾਂਦੀ ਹੈ ਦੁਨੀਆ, ਜਿਹੜਾ ਆਤਮਿਕ ਜੀਵਨ ਮਿਲਣਾ ਸੀ ਉਹ ਕਿਉਂ ਨਹੀਂ ਬਣਿਆ, ਕਿਉਂਕਿ ਭਰਮ ਗਈ ਦੁਨੀਆ, ਭਟਕ ਗਈ। ਜਿੱਥੋਂ ਅਸਲੀਅਤ ਮਿਲਣੀ ਸੀ ਉਹਨੂੰ ਛੱਡ ਦਿੱਤਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਕੁਝ ਵੀ ਪੱਲੇ ਉਹਨਾਂ ਜੀਵਾਂ ਦੇ ਨਹੀਂ ਪਵੇਗਾ। ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ। ਭਈ ਪਰਮਾਤਮਾ ਆਪਣੀ ਨਿਗਾਹ ਕਰ ਦੇਵੇ, ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਜਦੋਂ ਜੀਵ ਵੱਲੇ ਕਰ ਦਿੰਦਾ, ਫਿਰ ਉਹਨੂੰ ਪੂਰਨ ਸਤਿਗੁਰੂ ਮਿਲ ਪੈਂਦਾ, ਸਹਿਜ ਸੁਭਾਅ ਹੀ ਮਿਲ ਪੈਂਦਾ ਹੈ ਗੁਰੂ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਮਿਲ ਪਿਆ ਫਿਰ ਕੀ ਰਹਿਮਤ ਵਰਤਾ ਦਿੱਤੀ, ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ। ਬਈ ਫਿਰ ਗੁਰੂ ਦੇ ਕੋਲੋਂ ਆਤਮਿਕ ਜੀਵਨ ਦੇਣ ਵਾਲਾ ਆਨੰਦ ਮਿਲ ਗਿਆ। ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਸਿੱਖ ਹੋਇਆ ਹੈ, ਤੇ ਉਹ ਪਹਿਲਾਂ ਵੈਸ਼ਨਵ ਸਾਧ ਸੀ। ਹਰਿਦੁਆਰ ਵੀ ਜਾਣਾ, ਦਵਾਰਕਾ ਵੀ ਜਾਣਾ, ਬਨਾਰਸ ਵੀ ਜਾਣਾ, ਤੇ ਲੰਮਾ ਸਮਾਂ ਭਟਕਦਾ ਰਿਹਾ, ਕੁਝ ਵੀ ਪ੍ਰਾਪਤ ਨਾ ਹੋਇਆ। ਤੇ ਜਦੋਂ ਉਹਨੂੰ ਪਤਾ ਲੱਗਿਆ ਗੁਰੂ ਨਾਨਕ ਦੇ ਘਰ ਦੀ ਵਡਿਆਈ ਦਾ, ਤੇ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਉਦੋਂ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਤਾਰਦੇ ਸਨ। ਇਹ ਗੋਇੰਦਵਾਲ ਸਾਹਿਬ ਆਇਆ ਤੇ ਸਿੱਖ ਨੇ ਜਿਹੜੀ ਵੀ ਸੰਗਤ ਆਉਂਦੀ ਸੀ ਉਹਨਾਂ ਨੂੰ ਇਹ ਹੁਕਮ ਸੀ ਕਿ ਪਹਿਲੇ ਪੰਗਤ ਪਾਸ਼ੈ ਸੰਗਤ। ਪੰਗਤ ਤੋਂ ਭਾਵ ਸੀ ਲੰਗਰ, ਸੰਗਤ ਤੋਂ ਭਾਵ ਸੀ ਸਤ ਸੰਗਤ ਕਰਨੀ। ਤੇ ਜਦੋਂ ਉਸ ਨੂੰ ਕਿਹਾ ਕਿ ਭਾਈ ਜੇ ਗੁਰੂ ਅਮਰਦਾਸ ਦੇ ਦਰਸ਼ਨ ਕਰਨੇ ਆ ਤੇ ਪਹਿਲੇ ਪੰਗਤ, ਪਹਿਲਾ ਪ੍ਰਸ਼ਾਦਾ ਪਾਣੀ ਛਕੋ, ਬਾਅਦ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੈਣੇ। ਜਦੋਂ ਉਹਨੇ ਪੰਗਤ ਵੱਲੇ ਵੇਖਿਆ ਤਾਂ ਉਹ ਵੇਖਦਾ ਵੀ ਇੱਥੇ ਤਾਂ ਜਿਹੜੇ ਹੈ ਸਾਰੀਆਂ ਨਿੱਕੀਆਂ ਵੱਡੀਆਂ ਜਾਤੀਆਂ ਵਾਲੇ ਲੋਕ ਸਾਰੇ ਬੈਠੇ ਨੇ। ਇਹਨੇ ਤਾਂ ਆਪਣੀ ਜਿਹੜੀ ਉਮਰ ਹੈ ਉਹ ਕਰਮਕਾਂਡਾਂ ਵਿੱਚ ਹੀ ਸਾਰੀ ਨਿਭਾ ਦਿੱਤੀ ਸੀ। ਪਿਛਲੀ ਉਮਰ ਦੇ ਵਿੱਚ ਇਹ ਆਇਆ ਗੁਰੂ ਮਹਾਰਾਜ ਜੀ ਦੇ ਕੋਲੇ, ਤੇ ਉਹ ਸੋਚਦਾ ਹੈ ਕਿ ਮੈਂ ਤਾਂ ਇੰਨਾ ਕੁਝ ਕੀਤਾ, ਇੰਨੀ ਸੁੱਚਮ ਇੰਨੀ ਭਿੱਟ ਮੈਂ ਤਾਂ ਰੱਖੀ ਹੋਈ ਹੈ, ਤੇ ਹਰ ਤੀਰਥ ਉੱਤੇ ਜਾ ਕੇ ਜੋ ਕੁਝ ਮੈਂ ਕਰਦਾ ਰਿਹਾ ਹਾਂ ਉਹ ਤਾਂ ਸਾਰਾ ਕੁਝ ਭ੍ਰਿਸ਼ਟ ਜਾਣਾ ਹੈ। ਜੇ ਮੈਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲਿਆ, ਉਹ ਬਿਨਾਂ ਪ੍ਰਸ਼ਾਦੇ ਛਕੇ ਤੋਂ ਤੇ ਬਿਨਾਂ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਤੋਂ ਮੁੜ ਗਿਆ। ਜਦੋਂ ਇਹ ਆਪਣਾ ਗੋਇੰਦਵਾਲ ਸਾਹਿਬ ਤੋਂ ਬਾਹਰ ਨਿਕਲਿਆ ਤੇ ਇਸ ਤਰ੍ਹਾਂ ਅੰਦਰ ਨੂੰ ਕੁਝ ਮਹਿਸੂਸ ਹੋਣ ਲੱਗ ਪਿਆ। ਕੁਝ ਦਿਨਾਂ ਬਾਅਦ ਇਸ ਤਰ੍ਹਾਂ ਲੱਗਣ ਲੱਗ ਪਿਆ, ਕਹਿਣ ਲੱਗਾ ਉਹ ਮਨਾ, ਮੈਨੂੰ ਇਉਂ ਲੱਗਦਾ ਜਿਹੜੀ ਤੱਤ ਵਾਲੀ ਵਸਤੂ ਸੀ, ਜੋ ਕੁਝ ਪ੍ਰਾਪਤ ਹੋਣਾ ਸੀ, ਜਿੱਥੋਂ ਤੈਨੂੰ ਪ੍ਰਾਪਤ ਹੋਣਾ ਤੂੰ ਉਹ ਜਗ੍ਹਾ ਛੱਡ ਆਇਆ, ਅਸਲੀ ਜਗ੍ਹਾ ਛੱਡ ਆਇਆ। ਪਹਿਲਾਂ ਬੜਾ ਭਟਕਿਆ ਪਿਆ ਤੂੰ, ਹੋਰ ਨਾ ਭਟਕ ਜਾਵੀਂ। ਕੇਵਲ ਸਰੀਰ ਦੀ ਸੁੱਚਮ ਵਿੱਚ ਹੀ ਤੂੰ ਆਪਣੀ ਬਾਕੀ ਦੀ ਜ਼ਿੰਦਗੀ ਨਾ ਲਗਾ ਦੇਵੀਂ। ਅੰਦਰ ਦੀ ਜਿਹੜੀ ਸੁੱਚਮ ਹੈ ਉਹ ਤੇ ਮੈਨੂੰ ਲੱਗਦਾ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਣੀ। ਅੱਜ ਵੀ ਸਾਡੇ ਸਿੱਖ ਜਗਤ ਵਿੱਚ ਇਹੀ ਕੁਝ ਚੱਲਦਾ ਪਿਆ। ਬਾਹਰੀ ਸੁੱਚਮ ਉੱਤੇ ਜਿੰਨਾ ਜ਼ੋਰ ਦਿੱਤਾ ਜਾ ਰਿਹਾ ਉਹਨਾਂ ਅਸੀਂ ਅੰਦਰ ਦੀ ਸੁੱਚਮ ਵੱਲੇ ਕਦੀ ਵੀ ਧਿਆਨ ਨਹੀਂ ਦਿੰਦੇ।
ਬਾਹਰੀ ਸੁੱਚਮ ਉੱਤੇ ਤਾਂ ਲਿਖ ਲਿਖ ਕੇ ਵੀ ਲਾਇਆ ਵੀ ਹੱਥ ਨਾ ਕਿਤੇ ਧੋਣੋਂ ਰਹਿ ਜਿਓ ਜੇ, ਇਹ ਰਹਿ ਗਏ ਤੇ ਪਤਾ ਨਹੀਂ ਕੀ ਇੱਥੇ ਹੋ ਜਾਣਾ। ਬਾਕੀ ਅੰਦਰ ਭਾਵੇਂ ਜਿੰਨਾ ਮਰਜ਼ੀ ਉਹ ਗੰਦ ਪਿੰਨ ਲੈ ਕੇ ਤੁਰੇ ਫਿਰ ਉਹਦੀ ਨਹੀਂ ਕੋਈ ਗੱਲ, ਬਾਹਰੀ ਦਾ ਜਿਹੜਾ ਇਹ ਨਾ ਕਿਤੇ ਰਹਿ ਜਾਵੇ। ਗੁਰੂ ਮਹਾਰਾਜ ਜੀ ਨੇ ਜਿੰਨਾ ਚੱਕਰਾਂ 'ਚੋਂ ਕੱਢਿਆ ਸੀ, ਨਹੀਂ ਅਸੀਂ ਨਿਕਲ ਸਕੇ। ਇਹਨੂੰ ਲੱਗਿਆ ਕਿ ਮੈਂ ਤਾਂ ਇੰਨੀ ਸੁੱਚ ਭੇਟ ਰੱਖੀ ਬੈਠਾ ਤੇ ਅੰਦਰ ਤੇ ਕੋਈ ਤਬਦੀਲੀ ਨਹੀਂ ਆਈ, ਅੰਦਰ ਦਾ ਨਾਮ ਜਲ ਤੇ ਮੈਨੂੰ ਮਿਲਿਆ ਹੀ ਨਹੀਂ। ਮਨ ਵਿੱਚ ਫੁਰਨਾ ਆਇਆ ਤੇ ਚੱਲ ਮਨਾ ਗੁਰੂ ਅਮਰਦਾਸ ਦੇ ਚੱਲ ਦਰਸ਼ਨ ਕਰੀਏ। ਜਦੋਂ ਆਇਆ ਫਿਰ ਕੁਝ ਦਿਨਾਂ ਬਾਅਦ, ਇੱਕ ਦੋ ਦਿਨ ਦਾ ਗੱਲ ਨਹੀਂ, ਮਹੀਨੇ ਲੰਘ ਗਏ ਕਈ, ਫਿਰ ਕਿਤੇ ਆਇਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਸਿੱਖ ਨੇ ਪਹਿਚਾਨ ਲਿਆ ਤੇ ਪਹਿਚਾਨ ਕੇ ਫਿਰ ਉਹੀ ਬੇਨਤੀ ਕੀਤੀ ਵੀ ਆਓ ਜੀ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਜਦੋਂ ਇਹ ਪੰਗਤ ਵਿੱਚ ਬੈਠਾ ਪ੍ਰਸ਼ਾਦਾ ਛਕਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਛਕਦਿਆਂ ਛਕਦਿਆਂ ਕੁਝ ਇਸ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਪਿਆ ਕਿ ਜੋ ਮੈਂ ਆਪਣੇ ਆਪ ਨੂੰ ਇਹ ਸਮਝੀ ਬੈਠਾ ਸੀ ਵੀ ਇਹ ਲੋਕ ਨੀਵੀਆਂ ਜਾਤੀਆਂ ਦੇ, ਮੈਂ ਉੱਚ ਜਾਤੀ ਦਾ ਹਾਂ, ਸਰੀਰ ਦੀ ਸੁੱਚ ਭੇਟੀ ਲੈ ਕੇ ਬੈਠਾ ਸਾਂ ਤੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਨਾਲ ਹੀ ਕੁਝ ਤਾਂ ਦਿਮਾਗ ਟਿਕਾਣੇ ਉਦੋਂ ਆ ਗਿਆ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ, ਨਮਸਕਾਰ ਕੀਤੀ, ਮੱਥਾ ਟੇਕਿਆ, ਬੈਠਾ ਸੰਗਤ ਵਿੱਚ ਗੁਰੂ ਸਾਹਿਬ ਦੇ ਬਚਨ ਸੁਣੇ ਤੇ ਇਉਂ ਮਨ ਨੂੰ ਲੱਗਿਆ ਕਿ ਜਿਵੇਂ ਅਸਲੀ ਜੋ ਚਾਹੀਦਾ ਸੀ ਉਹ ਮੈਨੂੰ ਇੱਥੋਂ ਪ੍ਰਾਪਤ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ। ਗੁਰੂ ਅਮਰਦਾਸ ਦਾ ਹੀ ਸ਼ਬਦ ਹੈ। ਕਹਿੰਦੇ ਵੀ ਸਤਿਗੁਰੂ ਦੇ ਕੋਲੋਂ ਹੀ ਤੇ ਉਹ ਦਾਤ ਮਿਲਣੀ ਸੀ ਤੇ ਸਤਿਗੁਰੂ ਨੂੰ ਛੱਡ ਕੇ ਕੋਈ ਕਵੇ ਮੈਂ ਦਾਤ ਲੈ ਲਵਾਂ, ਕਿਵੇਂ ਮਿਲ ਸਕਦੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਜਿਸ ਵੇਲੇ ਇਹਨੇ ਦੱਸਿਆ ਕਿ ਮਹਾਰਾਜ ਮੈਂ ਅੱਗੇ ਵੀ ਆਇਆ ਸੀ ਇੱਕ ਦਿਨ, ਪਰ ਮੈਂ ਇਹ ਵਿਚਾਰ ਲੈ ਕੇ ਚਲਿਆ ਗਿਆ ਕਿ ਤੁਸੀਂ ਤਾਂ ਸਾਰੀਆਂ ਜਾਤੀਆਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਪ੍ਰਸ਼ਾਦਾ ਪਾਣੀ ਛਕਾਉਂਦੇ ਹੋ ਤੇ ਮਹਾਰਾਜ ਮੈਂ ਆਪਣੇ ਮਨ 'ਚ ਇਹ ਧਾਰਿਆ ਹੋਇਆ ਸੀਗਾ ਕਿ ਮੇਰੀ ਸੁੱਚ ਪਿੱਟ, ਮੇਰਾ ਜਿਹੜੇ ਧਰਮ ਕਰਮ ਕੀਤੇ ਹੈ ਉਹ ਨਸ਼ਟ ਹੋ ਜਾਣਗੇ। ਪਰ ਮਹਾਰਾਜ ਜਦੋਂ ਮੈਂ ਇੱਥੋਂ ਗੋਇੰਦਵਾਲ ਸਾਹਿਬ ਤੋਂ ਬਾਹਰ ਨਿਕਲਿਆ, ਮੇਰੀ ਭਟਕਣਾ ਹੋਰ ਵੀ ਵਧੀ ਹੈ ਤੇ ਅੰਦਰ ਨੂੰ ਕੁਝ ਮੰਗ ਇਸ ਤਰ੍ਹਾਂ ਦੀ ਹੋਈ ਕਿ ਮੈਂ ਅਸਲੀ ਜਗ੍ਹਾ ਜਿਵੇਂ ਛੱਡ ਆਇਆ, ਮੇਰੀ ਖਿੱਚ ਇੱਧਰ ਨੂੰ ਬਣਦੀ ਰਹੀ ਹੈ। ਮਹਾਰਾਜ ਹੁਣ ਮੈਂ ਆਇਆ, ਪ੍ਰਸ਼ਾਦਾ ਛਕਿਆ, ਤੁਹਾਡੇ ਦਰਸ਼ਨ ਕੀਤੇ ਨੇ, ਤੁਹਾਡੇ ਬਚਨ ਸੁਣੇ ਨੇ, ਮੈਨੂੰ ਇਉਂ ਲੱਗਾ ਹੈ ਕਿ ਜਿਵੇਂ ਤੱਤ ਵਾਲੀ ਵਸਤੂ ਮੈਨੂੰ ਹੁਣ ਇਸ ਗੁਰੂ ਨਾਨਕ ਦੇ ਘਰ ਵਿੱਚੋਂ ਹੀ ਪ੍ਰਾਪਤ ਹੋਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕੁਝ ਦਿਨ ਹੋਰ ਠਹਿਰ, ਕੁਝ ਦਿਨ ਇਹ ਵੈਸ਼ਨਵ ਜਿਹੜਾ ਸਾਧ ਬਣਿਆ ਸੀ ਕੁਝ ਦਿਨ ਰਿਹਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਪ੍ਰਸ਼ਾਦਾ ਪਾਣੀ ਲੰਗਰ ਛਕਦਾ ਰਿਹਾ, ਸੰਗਤ ਵਿੱਚ ਬੈਠਦਾ ਰਿਹਾ, ਸੰਗਤਾਂ ਵੱਲੇ ਵੇਖ ਕੇ ਸੇਵਾ ਕਰਨ ਲੱਗ ਪਿਆ। ਕੁਝ ਹੀ ਦਿਨਾਂ ਦੇ ਵਿੱਚ ਅੰਦਰ ਦਾ ਜਿਹੜਾ ਬਰਤਨ ਸੀ ਉਹ ਤਿਆਰ ਹੋ ਗਿਆ ਤੇ ਬਾਹਰ ਦਾ ਬਰਤਨ ਜਿਹੜਾ ਸੀ ਨਾ, ਇੱਧਰੋਂ ਉਹਦਾ ਧਿਆਨ ਸਾਰੇ ਦਾ ਸਾਰਾ ਟੁੱਟ ਗਿਆ। ਅੰਦਰ ਦੇ ਬਰਤਨ ਨੂੰ ਸੁਧਨ ਤੇ ਸਾਫ਼ ਕਰਨ ਤੇ ਕੁਝ ਦਿਨ ਲਾਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਦਿਨ ਮੱਥਾ ਟੇਕਿਆ, ਨਮਸਕਾਰ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਉਹਨੂੰ ਚਰਨਾਮਤ ਦੇ ਕੇ ਭਾਵ ਕਿ ਨਾਮ ਦੀ ਦਾਤ ਦਿੱਤੀ। ਗੁਰੂ ਅਮਰਦਾਸ ਨੇ ਆਪਣਾ ਸਿੱਖ ਬਣਾਇਆ, ਗੋਇੰਦਵਾਲ ਸਾਹਿਬ ਰਹਿ ਕੇ ਸ਼ਬਦ ਦੀ ਕਮਾਈ ਕੀਤੀ ਤੇ ਜਿਹੜਾ ਗੁਰੂ ਅਮਰਦਾਸ ਦਾ ਦਰ ਛੱਡ ਕੇ ਤੁਰ ਪਿਆ ਸੀ, ਗੁਰੂ ਅਮਰਦਾਸ ਦੀ ਇੰਨੀ ਕੁ ਰਹਿਮਤ ਹੋ ਗਈ ਜਦੋਂ 22 ਮੰਜੀਆਂ ਥਾਪੀਆਂ ਨੇ, ਮੰਜੀਆਂ ਤੋਂ ਭਾਵ ਸੀ ਪ੍ਰਚਾਰਕ ਥਾਪਣੇ, ਉਹਨਾਂ ਵਿੱਚ ਇਹਨੂੰ ਪ੍ਰਚਾਰਕ ਗੁਰੂ ਸਾਹਿਬ ਨੇ ਥਾਪ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਲਾਤਾ। ਸਿੱਖ ਇਤਿਹਾਸ ਵਿੱਚ ਇਹਨੂੰ ਮਾਈ ਦਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਹੜਾ ਗੁਰੂ ਅਮਰਦਾਸ ਦੇ ਚਰਨਾਂ 'ਚ ਆਇਆ ਤੇ ਜਿਹੜੀ ਅੰਦਰ ਦੀ ਜੋ ਖੋਜ ਸੀ, ਜੋ ਅੱਜ ਗੁਰੂ ਅਮਰਦਾਸ ਕਹਿੰਦੇ ਨੇ ਜੀਵ ਰੂਪੀ ਪਪੀਹੇ, ਜੋ ਤੇਰੀ ਅੰਦਰ ਦੀ ਮੰਗ ਹੈ ਪਹਿਲਾਂ ਤੈਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਫਿਰ ਇਹ ਮੰਗ ਪੂਰੀ ਕਿੱਥੋਂ ਹੋ ਸਕਦੀ ਹੈ? ਪੂਰੇ ਸਤਿਗੁਰੂ ਕੋਲੋਂ। ਤੇ ਜੇ ਪੂਰੇ ਸਤਿਗੁਰੂ ਕੋਲੇ ਤੂੰ ਜਾਵੇਂਗਾ ਤੇ ਤੈਨੂੰ ਪੂਰਾ ਸਤਿਗੁਰੂ ਅੰਦਰ ਦਾ ਅੰਮ੍ਰਿਤ ਜਲ ਤੇਰੇ ਹਿਰਦੇ 'ਚੋਂ ਪ੍ਰਗਟ ਕਰ ਦੇਵੇਗਾ। ਧੰਨ ਗੁਰੂ ਅਮਰਦਾਸ ਕਿਰਪਾ ਕਰ ਰਹੇ ਨੇ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ, ਸਹਿਜੇ ਰਹਿਆ ਸਮਾਏ। ਫਿਰ ਉਹ ਸਹਿਜ ਦਾ ਅਰਥ ਹੁੰਦਾ ਹੈ ਆਤਮਿਕ ਅਡੋਲਤਾ, ਉਹਦੀ ਸਾਰੀ ਭਟਕਣਾ ਹੀ ਖਤਮ ਹੋ ਜਾਂਦੀ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅਸਲ ਵਿੱਚ ਇਹੀ ਨਿਸ਼ਾਨੀ ਹੈ ਸਤਿਗੁਰੂ ਦੀ ਕਿ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਉਹ ਬਈ ਸਤਿਗੁਰੂ ਨੂੰ ਵਾਹ ਵਾਹ ਕਹਿਣਾ ਚਾਹੀਦਾ, ਉਹ ਸਤਿਗੁਰੂ ਨੂੰ ਧੰਨ ਧੰਨ ਕਹਿਣਾ ਚਾਹੀਦਾ ਜਿਹੜਾ ਸਾਰੇ ਅੰਦਰ ਦੇ ਭਰਮ ਖਤਮ ਕਰਕੇ ਹਰੀ ਦੇ ਨਾਲ ਸਤਿਗੁਰੂ ਜੋੜ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਬਖਸ਼ਿਸ਼ ਕੀਤੀ ਹੈ ਕਿ ਇਹ ਜੀਵ ਰੂਪੀ ਪਪੀਹੇ, ਤੈਨੂੰ ਪਿਆਸ ਹੈ ਅੰਮ੍ਰਿਤ ਜਲ ਦੀ, ਉਹ ਅੰਮ੍ਰਿਤ ਜਲ ਵਾਹਿਗੁਰੂ ਨੇ ਤੇਰੇ ਅੰਦਰ ਰੱਖਿਆ ਹੋਇਆ ਹੈ, ਪਰ ਉਹ ਪ੍ਰਗਟ ਹੋਏਗਾ ਗੁਰੂ ਦੇ ਰਾਹੀਂ। ਤੂੰ ਗੁਰੂ ਚਰਨਾਂ ਵਿੱਚ ਆ ਤੇ ਵਾਹਿਗੁਰੂ ਤੇਰੇ ਉਸ ਆਤਮਿਕ ਜੀਵਨ ਨੂੰ ਉੱਚਾ ਬਣਾ ਦੇਗਾ, ਮਹਾਨ ਬਣਾ ਦੇਗਾ। ਸਤਿਗੁਰੂ ਕਿਰਪਾ ਕਰਨ, ਗਰੀਬ ਨਵਾਜ ਪਾਤਸ਼ਾਹ। ਅਸੀਂ ਵੀ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਮਾਲਕ ਦੇ ਚਰਨਾਂ ਵਿੱਚ ਕਰੀਏ ਕਿ ਸੱਚੇ ਪਾਤਸ਼ਾਹ ਉਹ ਪਰਿਪੂਰਨ ਪਰਮਾਤਮਾ
ਸਭ ਦੇ ਅੰਦਰ ਹੁੰਦਿਆਂ ਹੋਇਆਂ ਵੀ ਜੀਵ ਨੂੰ ਉਹਦੀ ਜਾਣਕਾਰੀ ਨਹੀਂ ਹੈ, ਜੀਵ ਉਹਦੇ ਬਾਰੇ ਸਮਝ ਨਹੀਂ ਰਿਹਾ। ਤੇ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਾਇਆ ਨੂੰ ਖੋਜਣ ਦੀ ਜੁਗਤ ਢੰਗ ਤਰੀਕਾ ਆਪ ਹੀ ਦੱਸੋ, ਤਾਂ ਕਿ ਅਸੀਂ ਅੰਤਰ ਆਤਮੇ ਦੀ ਖੋਜ ਕਰਕੇ ਭਟਕਦਾ ਹੋਇਆ ਮਨ ਟਿਕਾਅ ਵਿੱਚ ਆ ਜਾਵੇ ਤੇ ਉਸ ਨਾਮ ਅੰਮ੍ਰਿਤ ਜਲ ਪ੍ਰਾਪਤ ਕਰਕੇ ਜਿਹਦੇ ਨਾਲ ਲੋਕ ਵੀ ਸੁਖੀਆ ਹੋਣਾ, ਜਿਹਦੇ ਨਾਲ ਪਰਲੋਕ ਵੀ ਸਿਹਲਾ ਹੋਣਾ ਹੈ, ਉਹ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਹੀ ਦਾਤ ਪ੍ਰਾਪਤ ਹੋਣੀ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।